बहुत ही ਰਿਸਪੈਕਟਡ ਟੀਚਰਸ ਐਂਡ ਮਾਈ ਡੀਅਰ ਸਟੂਡੈਂਟਸ, ਅੱਜ ਮੈਂ ਤੁਹਾਡੇ ਨਾਲ 9th ਸਾਇੰਸ ਦਾ ਲੈਸਨ ਨੰਬਰ 4 ਸਟਰਕਚਰ ਆਫ ਐਟਮ ਪਰਮਾਣੂ ਦੀ ਬਣਤਰ ਜੋ ਕਿ ਐਕਸਪਲੇਨ ਕੀਤਾ ਹੋਇਆ ਹੈ ਅਤੇ ਉਸ ਦੀ ਫੁੱਲ ਐਕਸਰਸਾਈਜ਼ ਸੋਲਵ ਕੀਤੀ ਹੋਈ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਹਾਂ। ਸਭ ਤੋਂ ਪਹਿਲਾਂ ਜਿਹੜੇ ਬੱਚਿਆਂ ਨੇ ਜਾਂ ਜਿਹੜੇ ਸਾਡੇ ਸਾਥੀਆਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਪਲੀਜ਼ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਨੈਕਸਟ ਜੋ ਲੈਸਨ ਆ ਆਉਣ ਵਾਲੇ ਆ ਉਹਨਾਂ ਦੀ ਤੁਹਾਨੂੰ ਨੋਟੀਫਿਕੇਸ਼ਨ ਆ ਸਕੇ। ਤੇ ਬੈਲ ਆਈਕਨ ਦਾ ਜਿਹੜਾ ਬਟਨ ਆ ਉਹ ਵੀ ਜ਼ਰੂਰ ਤੁਸੀਂ ਦਬਾਉਣਾ। ਬੇਟੇ ਸਭ ਤੋਂ ਪਹਿਲੇ ਆ ਦੇਖੋ ਤੁਹਾਡੇ ਪਰਮਾਣੂ ਦੀ ਬਣਤਰ ਭਾਵ ਸਟਰਕਚਰ ਆਫ ਐਟਮ ਦਿਖਾਈ ਗਈ ਆ। ਇਹਦੇ ਵਿੱਚ ਦੇਖੋ ਤੁਸੀਂ ਸਭ ਤੋਂ ਜਿਹੜਾ ਅੰਦਰ ਆ ਉਹ ਕੇਂਦਰਕ ਹੁੰਦਾ ਭਾਵ ਨਿਊਕਲੀਅਸ ਹੁੰਦਾ ਹੈ ਅਤੇ ਨਿਊਕਲੀਅਸ ਵਿੱਚ ਦੇਖੋ ਪ੍ਰੋਟੋਨ ਆ, ਉਹਨਾਂ ਉੱਤੇ ਧਨ ਚਾਰਜ ਹੁੰਦਾ ਹੈ ਅਤੇ ਜਿਹੜਾ ਨਿਊਟਰੋਨ ਆ ਉਹ ਉਦਾਸੀਨ ਹੁੰਦਾ ਹੈ ਭਾਵ ਉਹਦੇ 'ਤੇ ਜ਼ੀਰੋ ਚਾਰਜ, ਕੋਈ ਚਾਰਜ ਨਹੀਂ ਹੁੰਦਾ। ਅਤੇ ਉਸ ਦੇ ਬਾਹਰ ਜੋ ਸ਼ੈੱਲ ਬਣੇ ਹੋਏ ਹਨ ਉਹ ਚੱਕਰ ਬਣੇ ਹੋਏ ਹਨ ਜਿਹਦੇ ਵਿੱਚ ਇਲੈਕਟ੍ਰੋਨ ਉਹਦੇ ਆਲੇ ਦੁਆਲੇ ਘੁੰਮਦੇ ਨੇ ਖਾਸ ਪੱਥ ਵਿੱਚ, ਉਸ ਨੂੰ ਔਰਬਿਟ ਜਾਂ ਸ਼ੈੱਲ ਕਹਿੰਦੇ ਆ। ਅਤੇ ਉਹਨਾਂ ਵਿੱਚ ਬਾਹਰ ਇਲੈਕਟ੍ਰੋਨ ਭਰੇ ਹੋਏ ਹਨ ਅਤੇ ਇਲੈਕਟ੍ਰੋਨ ਦੇ ਉੱਤੇ ਮਾਈਨਸ ਚਾਰਜ ਆਉਂਦਾ ਹੈ। ਜੇਕਰ ਸਾਨੂੰ ਪੁੱਛਿਆ ਜਾਵੇ ਕਿ ਪ੍ਰੋਟੋਨ ਕੀ ਹੁੰਦੇ ਹਨ, ਤੁਸੀਂ ਕਹਿਣਾ ਪ੍ਰੋਟੋਨ ਇੱਕ ਧਨ ਚਾਰਜਿਤ ਕਣ ਹਨ ਔਰ ਇਲੈਕਟ੍ਰੋਨ ਪੋਜ਼ਿਟਿਵਲੀ ਚਾਰਜ ਪਾਰਟੀਕਲ ਆ ਜੋ ਕਿ ਕੇਂਦਰਕ ਦੇ ਅੰਦਰ ਭਾਵ ਨਿਊਕਲੀਅਸ ਦੇ ਅੰਦਰ ਪਾਏ ਜਾਂਦੇ ਹਨ। ਅਤੇ ਨਿਊਟਰਨ ਦੀ ਗੱਲ ਕਰੀਏ, ਨਿਊਟਰਨ ਇੱਕ ਉਦਾਸੀਨ ਕਣ ਹਨ ਜੋ ਕਿ ਕੇਂਦਰਕ ਦੇ ਅੰਦਰ ਪਾਏ ਜਾਂਦੇ ਹਨ। ਅਤੇ ਇਲੈਕਟ੍ਰੋਨ ਇੱਕ ਰਿਣ ਚਾਰਜਿਤ ਕਣ ਹਨ ਜੋ ਕਿ ਕੇਂਦਰਕ ਦੇ ਬਾਹਰ ਪਾਏ ਜਾਂਦੇ ਹਨ ਅਤੇ ਇੱਕ ਖਾਸ ਰਾਸਤੇ ਵਿੱਚ ਘੁੰਮਦੇ ਆ ਪੱਥ ਵਿੱਚ, ਜਿਸ ਨੂੰ ਆਪਾਂ ਔਰਬਿਟ ਜਾਂ ਸ਼ੈੱਲ ਕਹਿੰਦੇ ਹਾਂ। ਹਾਂਜੀ, ਅਧਿਆਇ ਦੇ ਅੰਦਰਲੇ ਪ੍ਰਸ਼ਨ ਉੱਤਰ। ਪ੍ਰਸ਼ਨ ਨੰਬਰ 1, ਕੈਨਾਲ ਕਿਰਨਾਂ ਕੀ ਹਨ? ਉੱਤਰ, ਕੈਥੋਡ ਰੇ ਟਿਊਬ ਵਿੱਚ ਐਨੋਡ ਤੋਂ ਕੈਥੋਡ ਵੱਲ ਜਾਣ ਵਾਲੇ ਧਨ ਚਾਰਜਿਤ ਕਣਾਂ ਨੂੰ ਕੈਨਾਲ ਕਿਰਨਾਂ ਕਹਿੰਦੇ ਹਨ। ਪ੍ਰਸ਼ਨ ਨੰਬਰ 2, ਜੇ ਕਿਸੇ ਪਰਮਾਣੂ ਵਿੱਚ ਇੱਕ ਇਲੈਕਟ੍ਰੋਨ ਅਤੇ ਇੱਕ ਪ੍ਰੋਟੋਨ ਹੈ ਤਾਂ ਇਸ ਵਿੱਚ ਕੋਈ ਚਾਰਜ ਹੋਵੇਗਾ ਜਾਂ ਨਹੀਂ? ਹਾਂਜੀ, ਕਿਉਂਕਿ ਪ੍ਰੋਟੋਨ ਧਨ ਚਾਰਜਿਤ ਹੈ ਅਤੇ ਇਲੈਕਟ੍ਰੋਨ ਰਿਣ ਚਾਰਜਿਤ ਕਣ ਹੈ, ਇਸ ਲਈ ਇੱਕ ਪ੍ਰੋਟਾਨ ਅਤੇ ਇੱਕ ਇਲੈਕਟ੍ਰੋਨ ਵਾਲੇ ਤੱਤ ਉੱਤੇ ਕੋਈ ਚਾਰਜ ਨਹੀਂ ਹੋਵੇਗਾ ਭਾਵ ਇਹ ਉਦਾਸੀਨ ਹੋਵੇਗਾ। ਪ੍ਰਸ਼ਨ ਨੰਬਰ 3, ਪਰਮਾਣੂ ਉਦਾਸੀਨ ਹੈ, ਇਸ ਤੱਥ ਨੂੰ ਥਾਮਸਨ ਦੇ ਮਾਡਲ ਦੇ ਆਧਾਰ 'ਤੇ ਸਪਸ਼ਟ ਕਰੋ। ਉੱਤਰ, ਥਾਮਸਨ ਦੇ ਪਰਮਾਣੂ ਮਾਡਲ ਅਨੁਸਾਰ ਪਰਮਾਣੂ ਵਿੱਚ ਰਿਣਾਤਮਕ ਅਤੇ ਧਨਾਤਮਕ ਚਾਰਜ ਮਾਤਰਾ ਵਿੱਚ ਸਮਾਨ ਹੁੰਦੇ ਹਨ, ਇਸ ਲਈ ਪਰਮਾਣੂ ਉਦਾਸੀਨ ਹੁੰਦਾ ਹੈ। ਹਾਂਜੀ ਬੇਟੇ, ਉਹ ਪਰਮਾਣੂ ਉਦਾਸੀਨ ਕਹਾਂਗੇ ਭਾਵ ਨਿਊਟਰਲ ਕਹਾਂਗੇ ਜਿਨ੍ਹਾਂ ਵਿੱਚ ਇਲੈਕਟ੍ਰੋਨ ਭਾਵ ਰਿਣ ਅਤੇ ਪ੍ਰੋਟੋਨ ਭਾਵ ਧਨ ਚਾਰਜ ਬਰਾਬਰ ਹੋਣ, ਮਾਤਰਾ ਵਿੱਚ ਹੋਣ, ਉਹਨੂੰ ਉਦਾਸੀਨ ਪਰਮਾਣੂ ਕਹਾਂਗੇ। ਪ੍ਰਸ਼ਨ ਨੰਬਰ 4, ਰਦਰਫੋਰਡ ਦੇ ਪਰਮਾਣੂ ਮਾਡਲ ਅਨੁਸਾਰ ਪਰਮਾਣੂ ਦੇ ਨਾਭਕ ਵਿੱਚ ਕਿਹੜਾ ਕਣ ਮੌਜੂਦ ਹੁੰਦਾ ਹੈ? ਬੇਟੇ ਇਹਦਾ ਆਨਸਰ ਹੈ ਪ੍ਰੋਟੋਨ। ਅੱਗੇ ਬੇਟੇ 3 ਔਰਬਿਟਾਂ ਵਾਲੇ ਬੋਹਰ ਦੇ ਪਰਮਾਣੂ ਮਾਡਲ ਦਾ ਇੱਕ ਚਿੱਤਰ ਬਣਾਉਣਾ, ਤੁਸੀਂ ਧਿਆਨ ਨਾਲ ਦੇਖੋ। ਇਹਦੇ ਸੈਂਟਰ ਦੇ ਵਿੱਚ ਨਿਊਕਲੀਅਸ ਬਣਾਇਆ ਸੀ ਆਪਾਂ, ਠੀਕ ਹੈ। ਅਤੇ ਜੇਕਰ ਜਿਹੜੇ ਇਹਦੇ ਸ਼ੈੱਲ ਬਣਾਏ ਆ KLMN, ਠੀਕ ਹੈ। ਪਹਿਲੇ ਕੇ ਦੇ ਵਿੱਚ ਕੀ ਹੈ, ਇੱਕ ਜਿਹੜਾ ਸ਼ੈੱਲ ਆ, ਠੀਕ ਹੈ, ਅਤੇ ਉਹ ਪਹਿਲਾ ਸ਼ੈੱਲ ਕੇ ਹੈ, ਦੂਜਾ L ਆ ਅਤੇ ਤੀਸਰਾ M ਆ। ਭਾਵ ਇਹਨਾਂ ਵਿੱਚ ਜਿਹੜਾ ਆ ਤੁਸੀਂ ਅੱਗੇ ਪੜ੍ਹੋਗੇ ਜਾ ਕੇ ਦੇਖੋਗੇ ਕਿ ਇਹਨਾਂ ਵਿੱਚ ਜਿਹੜੇ ਇਲੈਕਟ੍ਰੋਨ ਰੱਖੇ ਜਾਂਦੇ ਆ, ਜਿੱਦਾਂ ਪਹਿਲੇ ਵਿੱਚ ਵੱਧ ਤੋਂ ਵੱਧ 2 ਇਲੈਕਟ੍ਰੋਨ ਹੁੰਦੇ ਪਹਿਲੇ ਸ਼ੈੱਲ ਵਿੱਚ, ਦੂਜੇ ਵਿੱਚ 8 ਅਤੇ ਇਸ ਤਰ੍ਹਾਂ ਅੱਗੇ ਫਾਰਮੂਲਾ ਲੱਗੇਗਾ 2n²। ਤੁਸੀਂ ਬੁੱਕ ਵਿੱਚ ਜਿਹੜਾ ਇਹਨੂੰ ਲੈਸਨ ਨੂੰ ਧਿਆਨ ਨਾਲ ਰੀਡ ਕਰ ਲੈਣਾ, ਫਿਰ ਤੁਹਾਨੂੰ ਇਹ ਸਮਝ ਆ ਜਾਵੇਗਾ। ਪ੍ਰਸ਼ਨ ਨੰਬਰ 6, ਕੀ ਐਲਫਾ ਕਣਾਂ ਦਾ ਖੰਡਾਓ ਪ੍ਰਯੋਗ ਸੋਨੇ ਤੋਂ ਇਲਾਵਾ ਦੂਜੀ ਧਾਤ ਦੀ ਪੱਤੀ ਨਾਲ ਸੰਭਵ ਹੋਵੇਗਾ? ਉੱਤਰ, ਹਾਂ। ਐਲਫਾ ਕਣਾਂ ਦਾ ਖੰਡਾਓ ਪ੍ਰਯੋਗ ਕਿਸੇ ਹੋਰ ਧਾਤ ਨਾਲ ਵੀ ਲਗਭਗ ਸੋਨੇ ਵਰਗੇ ਹੀ ਨਤੀਜੇ ਦੇਵੇਗਾ, ਪਰ ਕਿਉਂਕਿ ਬਾਕੀ ਧਾਤਾਂ ਸੋਨੇ ਵਾਂਗ ਕੰਟੀਨਯੋਗ ਨਹੀਂ ਹਨ, ਇਸ ਲਈ ਵੱਧ ਐਲਫਾ ਕਣ ਵਾਪਸ ਮੁੜਨਗੇ। ਪ੍ਰਸ਼ਨ ਨੰਬਰ 7, ਪਰਮਾਣੂ ਦੇ 3 ਨਿੱਕੜੇ ਅੰਗਾਂ ਦੇ ਨਾਂ ਲਿਖੋ। ਜਿਵੇਂ ਕਿ ਆਪਾਂ ਪੜ੍ਹਿਆ ਸੀ, ਇਹਦੇ ਕੇਂਦਰਕ ਵਿੱਚ 2 ਹੁੰਦੇ ਆ, ਪ੍ਰੋਟਾਨ ਅਤੇ ਨਿਊਟਰਨ,
ਅਤੇ ਕੇਂਦਰਕ ਤੋਂ ਬਾਹਰ ਇੱਕ ਖਾਸ ਸ਼ੈੱਲ ਵਿੱਚ ਜਿਸ ਨੂੰ ਔਰਬਿਟ ਕਹਿੰਦੇ ਆ ਉਹਦੇ ਵਿੱਚ ਘੁੰਮਦੇ ਆ ਇਲੈਕਟ੍ਰੋਨ। ਪ੍ਰਸ਼ਨ ਨੰਬਰ 8, ਹੀਲੀਅਮ ਪਰਮਾਣੂ ਦਾ ਪਰਮਾਣੂ ਪੁੰਜ 4u ਹੈ ਅਤੇ ਉਸ ਦੇ ਨਾਭਿਕ ਵਿੱਚ 2 ਪ੍ਰੋਟੋਨ ਹੁੰਦੇ ਹਨ। ਇਸ ਵਿੱਚ ਕਿੰਨੇ ਨਿਊਟਰੋਨ ਹੋਣਗੇ? ਬੇਟੇ ਲਗਭਗ ਜਿੰਨੇ ਪ੍ਰੋਟੋਨ ਤੇ ਨਿਊਟਰੋਨ ਲਗਭਗ ਬਰਾਬਰ ਹੁੰਦੇ ਆ, ਕਿਉਂਕਿ ਜੇ ਉਹ ਉਹਦਾ ਪਰਮਾਣੂ ਪੁੰਜ ਭਾਵ ਕਿ 4 ਆ ਤਾਂ ਇਹਦੀ ਪਰਮਾਣੂ ਦੇ ਵਿੱਚ ਜਿਹੜੇ ਪ੍ਰੋਟੋਨ ਕਿੰਨੇ ਹੁੰਦੇ ਆ, ਇਹਦੇ ਵਿੱਚ ਆਪਾਂ ਲਗਭਗ ਪ੍ਰੋਟੋਨ ਜਿਹੜੇ 2 ਹੁੰਦੇ ਆ ਹੀਲੀਅਮ ਦੇ ਵਿੱਚ। ਇਸ ਕਰਕੇ ਜਿਹੜਾ 4 ਦੇ ਵਿੱਚ 2 ਘਟਾਵਾਂਗੇ ਤਾਂ ਜਿਹੜਾ ਆਨਸਰ ਆਏਗਾ ਉਹ 2 ਆਏਗਾ, ਕਿਉਂਕਿ ਜਿਹੜਾ ਨਿਊਟਰੋਨ ਬਰਾਬਰ ਹੁੰਦੇ ਆ ਬੇਟੇ ਪਰਮਾਣੂ ਪੁੰਜ ਮਾਈਨਸ ਪ੍ਰੋਟੋਨ। ਅਗਰ ਪਰਮਾਣੂ ਪੁੰਜ ਦੇ ਵਿੱਚੋਂ ਮਾਈਨਸ ਪ੍ਰੋਟੋਨਾਂ ਦੀ ਸੰਖਿਆ ਕਰ ਦਈਏ ਤਾਂ ਉਹ ਆਪਾਂ ਨਿਊਟਰੋਨਾਂ ਦੀ ਸੰਖਿਆ ਪ੍ਰਾਪਤ ਹੋ ਜਾਏਗੀ, ਕਿਉਂਕਿ ਪਰਮਾਣੂ ਪੁੰਜ ਜਿਹੜਾ ਹੁੰਦਾ ਹੈ ਪ੍ਰੋਟੋਨਾਂ ਅਤੇ ਨਿਊਟਰੋਨਾਂ ਦਾ ਜੋੜ ਹੁੰਦਾ ਹੈ। ਜਿਹੜਾ ਪਰਮਾਣੂ ਪੁੰਜ ਹੁੰਦਾ ਹੈ ਕੀ ਹੁੰਦਾ ਹੈ? ਪ੍ਰੋਟੋਨਾਂ ਅਤੇ ਨਿਊਟਰੋਨਾਂ ਦਾ ਜੋੜ ਹੁੰਦਾ ਹੈ। ਅਤੇ ਜੇਕਰ ਆਪਾਂ ਨਿਊਟਰੋਨ ਪਤਾ ਕਰਨੇ ਹੋਣ ਤਾਂ ਪਰਮਾਣੂ ਪੁੰਜ ਦੇ ਵਿੱਚੋਂ ਅਗਰ ਆਪਾਂ ਜਿਹੜਾ ਹੈ ਪ੍ਰੋਟੋਨ ਮਾਈਨਸ ਕਰ ਦਈਏ ਤਾਂ ਉਹ ਨਿਊਟਰੋਨ ਬਚ ਜਾਂਦੇ ਹਨ। ਪ੍ਰਸ਼ਨ ਨੰਬਰ 9, ਕਾਰਬਨ ਅਤੇ ਸੋਡੀਅਮ ਦੇ ਪਰਮਾਣੂਆਂ ਲਈ ਇਲੈਕਟ੍ਰੋਨ ਵੰਡ ਲਿਖੋ। ਹਾਂਜੀ, ਕਾਰਬਨ ਦੀ ਪਰਮਾਣੂ ਸੰਖਿਆ ਕਿੰਨੀ ਹੁੰਦੀ ਹੈ? ਐਟੋਮਿਕ ਨੰਬਰ 6। ਇਸ ਕਰਕੇ ਪਹਿਲੇ ਸ਼ੈੱਲ ਵਿੱਚ 2 ਇਲੈਕਟ੍ਰੋਨ ਹੋਣਗੇ ਅਤੇ ਦੂਸਰੇ ਵਿੱਚ 4 ਭਾਵ 2,4। ਇਸੇ ਤਰ੍ਹਾਂ ਸੋਡੀਅਮ ਦੀ ਪਰਮਾਣੂ ਸੰਖਿਆ 11 ਹੁੰਦੀ ਹੈ ਅਤੇ ਉਸ ਦੇ ਸਾਨੂੰ ਪਤਾ ਪਹਿਲੇ ਸ਼ੈੱਲ ਵਿੱਚ ਵੱਧ ਤੋਂ ਵੱਧ 2 ਇਲੈਕਟ੍ਰੋਨ ਭਰ ਸਕਦੇ ਹਾਂ, ਦੂਜੇ ਵਿੱਚ ਵੱਧ ਤੋਂ ਵੱਧ 8 ਹੋਣਗੇ ਅਤੇ ਇਸ ਕਰਕੇ 10 ਇਹ ਹੋ ਗਏ ਅਤੇ ਜਿਹੜਾ 11ਵਾਂ ਹੈ ਉਹ ਕਿ ਤੀਜਾ ਸ਼ੈੱਲ ਨਵਾਂ ਬਣੇਗਾ। ਇਸ ਕਰਕੇ 2,8,1। ਪ੍ਰਸ਼ਨ ਨੰਬਰ 10, ਜੇ ਕਿਸੇ ਪਰਮਾਣੂ ਦਾ ਕੇ ਅਤੇ ਐਲ ਸ਼ੈੱਲ ਭਾਵ ਪਹਿਲਾ ਅਤੇ ਦੂਜਾ ਸ਼ੈੱਲ, ਕੇ ਪਹਿਲੇ ਨੂੰ ਕਹਿੰਦੇ ਸੀ, ਐਲ ਦੂਜਾ ਸ਼ੈੱਲ ਹੋ ਗਿਆ, ਭਰਿਆ ਹੈ ਤਾਂ ਉਸ ਪਰਮਾਣੂ ਵਿੱਚ ਇਲੈਕਟ੍ਰੋਨਾਂ ਦੀ ਸੰਖਿਆ ਕੀ ਹੋਵੇਗੀ? ਜਿਵੇਂ ਕਿ ਆਪਾਂ ਪੜ੍ਹਿਆ ਪਹਿਲੇ ਵਿੱਚ ਵੱਧ ਤੋਂ ਵੱਧ ਆਪਾਂ 2 ਇਲੈਕਟ੍ਰੋਨ ਭਰ ਸਕਦੇ ਹਾਂ ਅਤੇ ਦੂਜੇ ਵਿੱਚ ਵੱਧ ਤੋਂ ਵੱਧ 8। ਇਸ ਕਰਕੇ ਪਹਿਲਾ ਭਰਿਆ ਹੋਇਆ ਭਾਵ ਕਿ 2 ਇਲੈਕਟ੍ਰੋਨ ਉਹਦੇ ਵਿੱਚ, ਦੂਜੇ ਵਿੱਚ ਵੱਧ ਤੋਂ ਵੱਧ ਆਪਾਂ 8 ਭਰ ਸਕਦੇ ਹਾਂ, ਇਸ ਕਰਕੇ 8 ਆ ਅਤੇ ਇਹਦਾ 2 ਜਮ੍ਹਾਂ 8 ਬਰਾਬਰ ਆਨਸਰ ਆ ਗਿਆ 10 ਇਲੈਕਟ੍ਰੋਨ। ਹਾਂਜੀ, ਪ੍ਰਸ਼ਨ ਨੰਬਰ 11, ਕਲੋਰੀਨ, ਸਲਫਰ ਅਤੇ ਮੈਗਨੀਸ਼ੀਅਮ ਦੀ ਪਰਮਾਣੂ ਸੰਖਿਆ ਤੋਂ ਤੁਸੀਂ ਇਹਨਾਂ ਦੀ ਸੰਯੋਜਕਤਾ ਕਿਵੇਂ ਪ੍ਰਾਪਤ ਕਰੋਗੇ? ਹਾਂਜੀ ਬੇਟੇ ਦੇਖੋ, ਕਲੋਰੀਨ ਜੋ ਹੈ ਇਸ ਦੀ ਪਰਮਾਣੂ ਸੰਖਿਆ ਹੈ 17। ਇਸ ਕਰਕੇ ਇਹਦਾ ਇਲੈਕਟ੍ਰੋਨਿਕ ਤਰਤੀਬ ਕਿੰਨੀ ਆਏਗੀ? 2, ਪਹਿਲੇ ਸ਼ੈੱਲ ਵਿੱਚ, ਦੂਜੇ ਵਿੱਚ 8 ਅਤੇ ਤੀਜੇ ਵਿੱਚ 7, ਟੋਟਲ 17 ਹੋ ਗਏ। ਹੁਣ ਇਹਨੂੰ ਬਾਹਰਲਾ ਆਪਣਾ ਪੂਰੇ 8 ਕਰਨ ਲਈ ਜਾਂ ਭਰਿਆ ਕਰਨ ਲਈ ਕਿੰਨੇ ਇਲੈਕਟ੍ਰੋਨਸ ਚਾਹੀਦੇ? ਬਾਹਰਲਾ ਸ਼ੈੱਲ 1 ਇਲੈਕਟ੍ਰੋਨ ਹੋਰ ਚਾਹੀਦਾ ਆ, ਠੀਕ ਹੈ। ਇਸ ਕਰਕੇ ਕਲੋਰੀਨ ਦੀ ਸੰਯੋਜਕਤਾ ਜਿਹੜੀ -1 ਹੋਵੇਗੀ। ਇਸੇ ਤਰ੍ਹਾਂ ਸਲਫਰ ਦੀ ਗੱਲ ਕਰੀਏ, ਉਹਦੀ ਪਰਮਾਣੂ ਸੰਖਿਆ 16 ਹੁੰਦੀ ਆ, ਠੀਕ ਹੈ। ਅਤੇ 16 ਦੇ ਕਿੱਦਾਂ? ਪਹਿਲੇ ਸ਼ੈੱਲ ਵਿੱਚ 2 ਇਲੈਕਟ੍ਰੋਨ ਭਰ ਲਵਾਂਗੇ ਪਹਿਲੇ ਚੱਕਰ 'ਚ, ਦੂਜੇ ਕੇ ਤੋਂ ਬਾਅਦ ਐਲ ਸ਼ੈੱਲ, ਦੂਜੇ ਸ਼ੈੱਲ ਦੇ ਵਿੱਚ ਆਪਾਂ 8 ਇਲੈਕਟ੍ਰੋਨ ਭਰਾਂਗੇ, ਟੋਟਲ 16 ਕਰਨੇ ਆ ਅਤੇ ਬਾਅਦ ਤੀਜੇ 'ਚ 6 ਬਚਦੇ ਆ, ਠੀਕ ਹੈ। ਅਤੇ 6 ਨੂੰ 8 ਬਣਾਉਣ ਲਈ ਪੂਰੇ ਕਿੰਨੇ ਇਲੈਕਟ੍ਰੋਨ ਹੋਰ ਚਾਹੀਦੇ ਆ? 2। ਇਸ ਕਰਕੇ ਇਹਦੀ ਸੰਯੋਜਕਤਾ ਕਿੰਨੀ ਹੋਏਗੀ? 2 ਹੋਏਗੀ। ਕਿਉਂਕਿ ਦੇਖੋ ਜਿਹੜਾ ਇਲੈਕਟ੍ਰੋਨ ਹੈ ਕੋਈ ਵੀ ਬਾਹਰੀ ਸ਼ੈੱਲ ਦੇ ਵਿੱਚ ਆਪਾਂ ਦੇਖਣਾ ਕਿ ਜੇ ਤਾਂ ਉਹਨੂੰ ਬਾਹਰ 8 ਜਾਂ ਪੂਰਾ ਬਾਹਰਲਾ ਸ਼ੈੱਲ ਭਰਨ ਲਈ ਜੇ ਤਾਂ ਥੋੜ੍ਹੇ ਇਲੈਕਟ੍ਰੋਨ ਚਾਹੀਦੀ ਆ ਤਾਂ ਉਹ ਲੈ ਲਵੇਗਾ, ਅਤੇ ਜੇਕਰ ਉਸ ਕੋਲ ਜ਼ਿਆਦਾ ਆ ਬਾਹਰਲੇ ਸ਼ੈੱਲ ਤੋਂ ਬਾਅਦ 1, 2, 3 ਇਲੈਕਟ੍ਰੋਨ ਜ਼ਿਆਦਾ ਆ ਤਾਂ ਉਹ ਇਲੈਕਟ੍ਰੋਨ ਦੇ ਵੀ ਸਕਦਾ ਹੈ। ਅਗਲੇ ਦੀ ਗੱਲ ਕਰੀਏ ਆਪਾਂ ਮੈਗਨੀਸ਼ੀਅਮ 'ਚ, ਦੇਖੋ ਉਹਦੀ ਇਲੈਕਟ੍ਰੋਨਿਕ ਤਰਤੀਬ ਜਿਹੜੀ 2,8,2 ਦੱਸੀ ਆ, ਠੀਕ ਆ। ਇਹਦਾ ਮਤਲਬ ਬਾਹਰਲੇ ਸ਼ੈੱਲ ਵਿੱਚ 2 ਇਲੈਕਟ੍ਰੋਨ ਆ ਅਤੇ ਆਪਾਂ 6 ਤਾਂ ਲੈ ਨਹੀਂ ਸਕਦੇ, ਇਸ ਕਰਕੇ ਆਪਾਂ 2 ਇਲੈਕਟ੍ਰੋਨ ਦੇ ਦੇਵਾਂਗੇ, ਠੀਕ ਆ। ਜਦੋਂ ਇਲੈਕਟ੍ਰੋਨ ਦੇ ਦੇਣਗੇ ਤਾਂ ਉਹ ਧਨ ਆਇਨ ਬਣ ਜਾਂਦੇ ਆ, ਤਾਂ ਜਦੋਂ ਇਲੈਕਟ੍ਰੋਨ ਲੈਂਦੇ ਆ ਤਾਂ ਉਹ ਰੇਨ ਆਇਨ, ਭਾਵ ਕਿ ਕਲੋਰੀਨ ਜਿਹੜਾ ਰੇਨ ਆਇਨ ਬਣਾਇਆ ਕਰੇਗਾ, ਅਤੇ ਜਿਹੜਾ ਇਹ ਆਪਣਾ ਮੈਗਨੀਸ਼ੀਅਮ ਆ ਜਿੱਦਾਂ ਇਹ ਇਲੈਕਟ੍ਰੋਨ ਦਿੰਦਾ ਆ, ਭਾਵ ਇਲੈਕਟ੍ਰੋਨ ਆਪਣੇ ਅੰਦਰੋਂ ਮਾਈਨਸ ਚਾਰਜ ਕੱਢ ਦਿੱਤੇ, ਇਸ ਕਰਕੇ ਇਹ ਧਨ ਆਇਨ ਬਣਦੇ ਆ ਆਪ, ਠੀਕ ਹੈ। ਇਸ ਕਰਕੇ ਕਲੋਰੀਨ ਨੂੰ ਆਪਣਾ ਬਾਹਰਲੀ ਸ਼ੈੱਲ ਖਾਲੀ ਕਰਨ ਲਈ 2 ਇਲੈਕਟ੍ਰੋਨਾਂ ਦੀ ਲੋੜ ਹੈ, ਇਸ ਲਈ ਇਸ ਦੀ ਸੰਯੋਜਕਤਾ +2 ਹੈ। +2 ਦਾ ਭਾਵ ਕਿ ਇਹਨੇ 2 ਇਲੈਕਟ੍ਰੋਨ ਦਿੱਤੇ ਆ। ਪ੍ਰਸ਼ਨ ਨੰਬਰ 12, ਜੇ ਕਿਸੇ ਪਰਮਾਣੂ ਵਿੱਚ ਇਲੈਕਟ੍ਰੋਨਾਂ ਦੀ ਸੰਖਿਆ 8 ਹੈ ਅਤੇ ਪ੍ਰੋਟੋਨਾਂ ਦੀ ਸੰਖਿਆ ਵੀ 8 ਹੈ ਤਾਂ ਉਸ ਦਾ ਪਰਮਾਣੂ ਦੀ ਪਰਮਾਣੂ ਸੰਖਿਆ ਕੀ ਹੋਵੇਗੀ ਬੇਟੇ? 8 ਹੀ ਹੋਵੇਗੀ, ਕਿਉਂਕਿ ਜਿੰਨੇ ਉਹਦੇ ਵਿੱਚ ਇਲੈਕਟ੍ਰੋਨ ਆ ਜਾਂ ਜਿੰਨੇ ਉਹਦੇ ਵਿੱਚ ਪ੍ਰੋਟੋਨ ਆ ਉਨੀ ਹੀ ਉਹਦੀ ਪਰਮਾਣੂ ਸੰਖਿਆ ਹੁੰਦੀ ਆ, ਠੀਕ ਹੈ। ਜੇਕਰ ਉਹ ਇਲੈਕਟ੍ਰੋਨ ਦਿੱਤਾ ਜਾਂ ਨਹੀਂ ਲਿਆ ਤਾਂ, ਅਤੇ ਜੇ ਪ੍ਰੋਟੋਨਾਂ ਦੀ ਸੰਖਿਆ ਤਾਂ ਹਮੇਸ਼ਾ ਸਥਿਰ ਹੀ ਰਹਿੰਦੀ ਆ, ਭਾਵ ਕਿ ਜਿੰਨੀ ਪ੍ਰੋਟੋਨ ਦੀ ਸੰਖਿਆ ਹੈ ਉਨੀ ਉਹਦੀ ਪਰਮਾਣੂ ਸੰਖਿਆ ਹੁੰਦੀ ਹੈ। ਪ੍ਰਸ਼ਨ ਨੰਬਰ 13, ਸਾਰਣੀ ਕਿਤਾਬ ਦੇ ਵਿੱਚ ਬੁੱਕ 'ਚ ਦੇਖ ਲਓ ਆਪਣੀ, ਕੱਢੋ ਸਾਰਣੀ 4.1 ਦੀ ਸਹਾਇਤਾ ਨਾਲ ਆਕਸੀਜਨ ਅਤੇ ਸਲਫਰ ਪਰਮਾਣੂ ਦੀ
ਪੁੰਜ ਸੰਖਿਆ ਗਿਆਤ ਕਰੋ। ਤੁਸੀਂ ਹੁਣ ਦੇਖੋ ਧਿਆਨ ਨਾਲ ਬੇਟੇ, ਇਹਦੇ ਵਿੱਚ ਸਭ ਤੋਂ ਪਹਿਲੇ ਤੱਤ ਦਾ ਨਾਮ ਦਿੱਤਾ ਹੈ, ਫਿਰ ਉਹਦਾ ਸੰਕੇਤ ਆ, ਫਿਰ ਪਰਮਾਣੂ ਸੰਖਿਆ ਹੈ, ਫਿਰ ਪ੍ਰੋਟੋਨਾਂ ਦੀ ਸੰਖਿਆ ਹੈ, ਨਿਊਟਰੋਨਾਂ ਦੀ ਸੰਖਿਆ ਹੈ, ਇਲੈਕਟ੍ਰੋਨਾਂ ਦੀ ਸੰਖਿਆ ਹੈ। ਠੀਕ ਹੈ, ਤੇ ਆਪਾਂ ਇਹਦੀ ਕੀ ਪਤਾ ਕਰਨਾ, ਆਪਾਂ ਇਹਦੇ ਵਿੱਚ ਉਹਨਾਂ ਨੇ ਕੀ ਕਿਹਾ ਸਾਨੂੰ ਪਤਾ ਕਰੋ, ਪੁੰਜ ਸੰਖਿਆ ਗਿਆਤ ਕਰੋ ਕਹਿੰਦੇ। ਦੇਖੋ ਹੁਣ ਆਪਾਂ ਧਿਆਨ ਨਾਲ ਇਹਨੂੰ ਸਾਰਣੀ ਨੂੰ ਪੜ੍ਹ ਲਓ। ਤੁਸੀਂ ਤੁਹਾਨੂੰ ਦੱਸਿਆ ਪੁੰਜ ਸੰਖਿਆ ਕਿੱਦਾਂ ਕੱਢਦੇ ਦੱਸਿਆ ਸੀ ਮੈਂ, ਕੀ ਆ, ਜਿੱਦਾਂ ਹੁਣ ਪ੍ਰੋਟੋਨਾਂ ਦਾ ਅਤੇ ਨਿਊਟਰੋਨਾਂ ਦਾ ਜੋੜ ਕਰ ਲਈਏ, ਜਿੱਦਾਂ ਹਾਈਡਰੋਜਨ ਦੀ ਜਿਹੜੀ ਆ ਪੁੰਜ ਸੰਖਿਆ ਵੀ ਇੱਕ ਹੀ ਹੋਵੇਗੀ, ਕਿਉਂਕਿ ਪ੍ਰੋਟੋਨ ਤੇ ਨਿਊਟਰੋਨ ਜਿਹੜੇ ਆ, ਨਿਊਟਰੋਨ ਉਹ ਜਿਹੜਾ ਆ ਉਹਨਾਂ ਦਾ ਜੋੜ ਜਿਹੜਾ ਆ ਇੱਕ ਹੀ ਹੈ ਕਈ ਹਾਈਡਰੋਜਨ ਦੇ ਵਿੱਚ। ਠੀਕ ਆ, ਅਲੱਗ-ਅਲੱਗ ਆ। ਹੀਲੀਅਮ ਦੇ ਵਿੱਚ ਦੇਖੋ ਪਰਮਾਣੂ ਸੰਖਿਆ ਵੀ ਪ੍ਰੋਟੋਨਾਂ ਦੀ ਸੰਖਿਆ ਵੀ 2 ਹੁੰਦੀ ਆ ਤੇ ਨਿਊਟਰੋਨਾਂ ਦੀ ਸੰਖਿਆ ਵੀ 2 ਹੋਏਗੀ, ਇਸ ਕਰਕੇ ਇਹਦਾ ਪਰਮਾਣੂ ਪੁੰਜ 4 ਹੋ ਜਾਏਗਾ। ਪੁੰਜ ਸੰਖਿਆ ਭਾਵ ਕਿ ਪੁੰਜ ਸੰਖਿਆ ਸਮਝ ਲਓ ਕੀ ਆ, ਆਪਾਂ ਜਿੰਨੇ ਪ੍ਰੋਟੋਨ ਦਿੱਤੇ ਆ ਸਾਨੂੰ ਤੇ ਜਿੰਨੇ ਨਿਊਟਰੋਨ ਆ ਉਹਨਾਂ ਦੋਨਾਂ ਦਾ ਜੋੜ ਕਰ ਲਵਾਂਗੇ ਤਾਂ ਜਿਹੜੀ ਉਹਦੀ ਪੁੰਜ ਸੰਖਿਆ ਬਣ ਜਾਂਦੀ ਆ। ਤੁਸੀਂ ਧਿਆਨ ਨਾਲ ਦੇਖੋ, ਇਹਨੂੰ ਅੱਗੇ ਸੋਲਵ ਕਰੋ। ਸਾਨੂੰ ਇਹਦੇ ਵਿੱਚ ਬੇਟੇ ਦੇਖੋ ਕਿਹੜਾ ਪੁੱਛਿਆ ਉਹਨਾਂ ਨੇ ਸਾਨੂੰ, ਇੱਕ ਆਕਸੀਜਨ ਦੀ ਪੁੰਜ ਸੰਖਿਆ ਪੁੱਛੀ, ਇੱਕ ਸਲਫਰ ਦੀ। ਆਕਸੀਜਨ ਦੀ ਪੁੰਜ ਸੰਖਿਆ ਦੇਖੋ ਤੁਸੀਂ, ਆਕਸੀਜਨ ਦੇ ਵਿੱਚ ਜਿਹੜਾ ਸਾਡਾ ਹੈ ਦੇਖੋ 8 ਹੀ ਉਹਦੇ ਵਿੱਚ ਪ੍ਰੋਟੋਨ ਆ ਤੇ 8 ਹੀ ਨਿਊਟਰੋਨ ਆ, ਇਸ ਕਰਕੇ 16 ਹੋ ਗਿਆ। ਸਲਫਰ ਜਿਹੜਾ ਉਹਦੇ ਵਿੱਚ ਦੇਖਿਓ ਉਹਦੀ ਸਾਰਣੀ ਦੇ ਵਿੱਚ 16 ਜਿਹੜੇ ਸਾਡੇ ਕੋਲ ਹੁੰਦੀ ਆ ਉਹਦੀ ਪਰਮਾਣੂ ਸੰਖਿਆ ਭਾਵ ਕਿ ਪ੍ਰੋਟੋਨਾਂ ਦੀ ਸੰਖਿਆ ਤੇ 16 ਹੀ ਨਿਊਟਰੋਨ ਹੁੰਦੇ, ਇਸ ਕਰਕੇ ਉਹਦਾ 32 ਹੋ ਜਾਏਗਾ ਉਹਦੀ ਪੁੰਜ ਸੰਖਿਆ। ਠੀਕ ਹੈ, ਇਸ ਤਰ੍ਹਾਂ ਆਪਾਂ ਧਿਆਨ ਨਾਲ ਕਰਨਾ ਹੈ। ਅਗਲਾ ਪ੍ਰਸ਼ਨ ਨੰਬਰ 14, ਚਿੰਨ੍ਹ H ਅਤੇ D ਅਤੇ T ਦੇ ਲਈ ਹਰੇਕ ਵਿੱਚ ਮਿਲਣ ਵਾਲੇ 3 ਪਰਮਾਣੂ ਕਣਾਂ ਨੂੰ ਸਾਰਣੀਬੱਧ ਕਰੋ। ਆ ਦੇਖੋ H ਕੀ ਆ, ਹਾਈਡਰੋਜਨ ਆ, D ਕੀ ਆ, ਡਿਊਟੀਰੀਅਮ ਆ, ਤੇ T ਕੀ ਆ, ਟ੍ਰੀਟੀਅਮ। ਹਾਂ ਬੇਟੇ ਇਹ ਹਾਈਡਰੋਜਨ ਦੇ ਸਮਸਥਾਨਕ ਆ। ਸਭ ਤੋਂ ਪਹਿਲੇ ਹਾਈਡਰੋਜਨ ਜਿਹੜੀ ਹੁੰਦੀ ਆ, ਹਾਈਡਰੋਜਨ ਦੇ ਸਮਸਥਾਨਕ ਭਾਵ ਕਿ ਉਹ ਜਿਹਦੀ ਕਿ ਪਰਮਾਣੂਆਂ ਦੀ ਸੰਖਿਆ ਤਾਂ ਇੱਕ ਸਮਾਨ ਰਵੇ ਪਰੰਤੂ ਪਰਮਾਣੂ ਪੁੰਜ ਭਾਵ ਕਿ ਪੁੰਜ ਸੰਖਿਆ ਵੱਖ-ਵੱਖ ਹੋਵੇ। ਜਿੱਦਾਂ ਹੁਣ ਪਹਿਲਾ ਹਾਈਡਰੋਜਨ ਆ, ਜੇਕਰ ਉਹਦੀ ਪਰਮਾਣੂ ਸੰਖਿਆ ਵੀ ਇੱਕ ਹੋਵੇ ਤਾਂ ਉਹਦਾ ਪਰਮਾਣੂ ਪੁੰਜ ਪੁੰਜ ਸੰਖਿਆ ਵੀ ਇੱਕ ਹੋਵੇ ਤਾਂ ਉਹ ਹਾਈਡਰੋਜਨ ਜਿਹੜਾ ਹੋਵੇਗਾ। ਅਗਰ ਕਿਸੇ ਤੱਤ ਜਿਹੜਾ ਹੈ ਪਰਮਾਣੂ ਉਹਦੀ ਪੁੰਜ ਸੰਖਿਆ 2 ਆ ਪਰ ਪਰਮਾਣੂ ਸੰਖਿਆ 1 ਆ, ਉਹਨੂੰ ਆਪਾਂ ਉਸ ਹਾਈਡਰੋਜਨ ਕਹਾਂਗੇ ਡਿਊਟੀਰੀਅਮ। ਠੀਕ ਹੈ, ਤੇ ਅਜਿਹੀ ਹਾਈਡਰੋਜਨ ਜਿਸ ਦੀ ਪਰਮਾਣੂ ਸੰਖਿਆ ਤਾਂ 1 ਹੀ ਹੈ ਤੇ ਲੇਕਿਨ ਉਹਨਾਂ ਦੀ ਕੀ ਆ, ਪਰਮਾਣੂ ਪੁੰਜ ਵੱਖ-ਵੱਖ ਭਾਵ ਕਿ 3 ਹੈ, ਤੇ ਉਹਨੂੰ ਆਪਾਂ ਕੀ ਕਹਾਂਗੇ, ਟ੍ਰੀਟੀਅਮ। ਠੀਕ ਹੈ ਬੇਟੇ, ਤੇ ਇਸ ਕਰਕੇ ਜਿਹੜਾ ਆਪਾਂ ਇਹਦੇ ਵਿੱਚ ਇਹ ਦੇਖਿਆ ਕਿ ਇਹਨਾਂ ਦੀ ਜਿਹੜੀ ਆ ਪਰਮਾਣੂ ਪੁੰਜ ਜਿਹੜਾ ਆ ਇਹਨੂੰ ਆਈਸੋਬਾਰਸ ਕਹਿੰਦੇ ਆਪਾਂ, ਆਈਸੋਬਾਰਸ। ਠੀਕ ਆ, ਤੇ ਥੱਲੇ ਜਿਨ੍ਹਾਂ ਦਾ ਇਹ ਇੱਕ ਸਮਾਨ ਹੋਵੇ ਉਹਨੂੰ ਆਈਸੋਟੋਪਸ ਕਹਿੰਦੇ ਆ, ਭਾਵ ਕਿ ਜਿਹਨਾਂ ਕੋਈ ਪਰਮਾਣੂ ਸੰਖਿਆ ਤਾਂ ਇੱਕ ਸਮਾਨ ਹੋਵੇ ਤੇ ਪਰਮਾਣੂ ਪੁੰਜ ਵੱਖ-ਵੱਖ ਆ ਇਹਦੇ ਵਿੱਚ ਨਾ। ਹਾਂ, ਪਰਮਾਣੂ ਪੁੰਜ ਵੱਖ-ਵੱਖ ਹੋਣ, ਇਹ ਕੀ ਹੈ ਸਾਡੇ ਸਮਸਥਾਨਕ। ਠੀਕ ਹੈ, ਅਗਲਾ ਸਮਸਥਾਨਕ ਅਤੇ ਸੰਭਾਰਕ ਦੇ ਕਿਸੇ ਇੱਕ ਜੋੜੇ ਦੀ ਇਲੈਕਟ੍ਰੋਨਿਕ ਤਰਤੀਬ ਲਿਖੋ। ਸਮਸਥਾਨਕ ਇੱਕ ਹੀ ਤੱਤ ਦੇ ਪਰਮਾਣੂ ਹਨ ਜਿਨ੍ਹਾਂ ਦੀ ਪੁੰਜ ਸੰਖਿਆ ਵੱਖ-ਵੱਖ ਹੁੰਦੀ ਹੈ, ਜਿਵੇਂ ਕਿ ਆਪਾਂ ਉੱਪਰ ਦੇਖਿਆ। ਠੀਕ ਹੈ, ਕਾਰਬਨ ਦੇ ਸਮਸਥਾਨਕ ਕੀ ਆ, ਦੇਖੋ ਥੱਲੇ ਦੋਨਾਂ ਦੀ ਕਾਰਬਨਾਂ ਦੀ ਦੇਖੋ ਪਰਮਾਣੂ ਸੰਖਿਆ 6 ਹੀ ਆ, ਪਰ ਇੱਕ ਇਹਦਾ ਪਰਮਾਣੂ ਪੁੰਜ 12 ਹੈ, ਦੂਜੇ ਦਾ 14 ਹੈ। ਇਸ ਕਰਕੇ ਇਹ ਜਿਹੜੇ ਆ ਇਹਨਾਂ ਨੂੰ ਸਮਸਥਾਨਕ ਕਹਿੰਦੇ ਹਨ। ਅਤੇ ਇਹਨਾਂ ਦੀ ਇਲੈਕਟ੍ਰੋਨਿਕ ਤਰਤੀਬ ਕੀ ਆਏਗੀ ਬੇਟੇ, ਕਾਰਬਨ ਦੀ 2,4। ਉਹਨਾਂ ਨੇ ਸਾਨੂੰ ਪੁੱਛਿਆ ਸੀ ਸਮਸਥਾਨਕ ਦੀ ਗੱਲ ਕੀਤੀ ਹੈ, ਹੁਣ ਅੱਗੇ ਗੱਲ ਕਰਾਂਗੇ ਆਪਾਂ ਸੰਭਾਰਕ। ਹਾਂਜੀ ਬੇਟੇ, ਆਪਾਂ ਪਿੱਛੇ ਆਪਾਂ ਜੋ ਹੈ ਸਮਸਥਾਨਕ ਬਾਰੇ ਪੜ੍ਹਿਆ ਹੈ ਤੇ ਹੁਣ ਆਪਾਂ ਪੜ੍ਹਾਂਗੇ ਸੰਭਾਰਕ। ਸੰਭਾਰਕ ਉਹ ਪਰਮਾਣੂ ਹਨ ਜਿਨ੍ਹਾਂ ਦੀ ਪੁੰਜ ਸੰਖਿਆ ਬਰਾਬਰ ਹੁੰਦੀ ਹੈ ਪਰ ਪਰਮਾਣੂ ਸੰਖਿਆ ਵੱਖ-ਵੱਖ ਹੁੰਦੀ ਹੈ। ਉਦਾਹਰਨ ਵਜੋਂ ਜਿਵੇਂ ਕਿ ਆਪਾਂ ਇਹਦੇ ਵਿੱਚ ਦੇਖਿਆ ਕਾਰਬਨ ਜੋ ਹੈ ਉਹਦੀ ਪਰਮਾਣੂ ਸੰਖਿਆ 6 ਆ ਤੇ ਨਾਈਟ੍ਰੋਜਨ ਜਿਹੜਾ ਉਹਦੀ ਪਰਮਾਣੂ ਸੰਖਿਆ 7 ਆ, ਪਰ ਦੋਨਾਂ ਦੇ ਉੱਤੇ ਪਰਮਾਣੂ ਪੁੰਜ 14 ਹੈ, ਕਿਉਂਕਿ ਪਿੱਛੇ ਆਪਾਂ ਪੜ੍ਹਿਆ ਸੀ ਕਿ ਕਾਰਬਨ ਦਾ ਜਿਹੜਾ ਸਮਸਥਾਨਕ ਉਹਦਾ ਪਰਮਾਣੂ ਪੁੰਜ 14 ਹੁੰਦਾ ਆ ਇੱਕ ਦਾ। ਠੀਕ ਹੈ, ਤੇ ਇਹਦੇ ਵਿੱਚ ਆਪਾਂ ਗੱਲ ਕਰਾਂਗੇ ਪਰਮਾਣੂ ਪੁੰਜ ਜਿਹੜਾ ਆ ਕਾਰਬਨ ਦਾ ਵੀ 14 ਹੈ ਤੇ ਨਾਈਟ੍ਰੋਜਨ ਦਾ ਵੀ 14 ਹੈ, ਪਰ ਦੋਨਾਂ ਦੀ ਪਰਮਾਣੂ ਸੰਖਿਆ ਵੱਖ-ਵੱਖ ਆ, ਭਾਵ ਜਿਨ੍ਹਾਂ ਦੀ ਪੁੰਜ ਸੰਖਿਆ ਪਰਮਾਣੂ ਪੁੰਜ ਤਾਂ ਸਮਾਨ ਹੋਵੇ ਪਰ ਪਰਮਾਣੂ ਸੰਖਿਆ ਜਿਹੜੀ ਆ ਵੱਖ-ਵੱਖ ਹੋਵੇ, ਉਹਨੂੰ ਸੰਭਾਰਕ ਕਹਿੰਦੇ ਹਨ। ਠੀਕ ਹੈ, ਅੱਗੇ ਕਾਰਬਨ ਦੀ ਇਲੈਕਟ੍ਰੋਨਿਕ ਤਰਤੀਬ ਕਿੰਨੀ ਹੋਏਗੀ, 2 4 ਅਤੇ ਨਾਈਟ੍ਰੋਜਨ ਦੀ 2 5, ਭਾਵ ਨਾਈਟ੍ਰੋਜਨ ਦੀ ਪਰਮਾਣੂ ਸੰਖਿਆ 7 ਆ, ਇਸ ਕਰਕੇ ਪਹਿਲੇ ਸ਼ੈੱਲ ਵਿੱਚ 2 ਇਲੈਕਟ੍ਰੋਨ ਹੋਣਗੇ, ਦੂਜੇ ਵਿੱਚ 5 ਹੋਣਗੇ।
अगे अभ्यास के प्रश्न उत्तर। इलैक्ट्रॉन प्रोटोनां ते न्यूट्रॉनां के गुण की तुलना करो। हाँ जी, चार्ज इलैक्ट्रॉन ते ऋण चार्ज हुंदा है, प्रोटोन ते धन चार्ज हुंदा है, ते न्यूट्रॉन उत्ते कोई भी चार्ज नहीं हुंदा। स्थिति न्यूक्लियस के आले दुआले चक्कर लगाउंदे हन खास ऑर्बिट जां शैल जां पथ विच। ठीक है, जिस चक्कर लगाते हैं कौन? इलैक्ट्रॉन। न्यूक्लियस के आले दुआले चक्कर लगाते हैं एक खास पथ विच, जां उन्हें आप शैल कहने आ जां ऑर्बिट कहने आ। ठीक है, तो न्यूक्लियस प्रोटोन आप कित्थे पढ़िया, जिद्दां शुरू में आप दस्सिया सी प्रोटोन कित्थे हुंदे हन जी? प्रोटोन हुंदे हन न्यूक्लियस विच, न्यूक्लियस के अंदर। ठीक है, अगला तो न्यूट्रॉन कित्थे पढ़िया सी आपां, वो भी उदासीन कण हुंदे आ, पर कोई चार्ज नहीं, तो न्यूक्लियस के अंदर पाए जाते हैं। अगे आ गया प्रश्न नंबर 2। जे थॉमसन के परमाणु मॉडल दियां खामियां हैं। तुसीं बेटे उहदे विच परमाणु अपना रदरफोर्ड का एक मॉडल आ, फिर एक बोहर का मॉडल आ, एक थॉमसन का मॉडल है। ठीक है, तो जे थॉमसन ने सब तो पहले मॉडल दिता सी, उस तो बाद रदरफोर्ड ने दिता सी, ते फिर बोहर ने दिता सी। तुसीं वो दोनों मॉडल किताब विचों ध्यान नाल पहले पढ़ लेने सारे लैसन, तो फिर तुहानूं चंगी तरह जो मैं समझा रहा फिर एक बार होर क्वेश्चन आंसर समझ लैने तुसीं। ਇਹਦਾ मॉडल की सी, खामियां की सी? देखो, ये मॉडल रदरफोर्ड के एल्फा कण खंडाऊ प्रयोग की व्याख्या नहीं कर सकिया। जो रदरफोर्ड ने व्याख्या की सी वो ਇਹਦਾ परमाणु मॉडल जे थॉमसन का नहीं कर सकिया। प्रश्न ਇਹਦਾ दूजा ਇਹਦਾ की सी खामी? इस मॉडल का कोई प्रयोगी आधार नहीं सी है, कोई जिहड़ा भाव के प्रयोगी भाव प्रैक्टिकली प्रूव नहीं हुंदा सी। प्रश्न नंबर 3। रदरफोर्ड के परमाणु मॉडल दी की खामियां हैं? ये मॉडल परमाणुओं की स्थिरता नूं नहीं समझा सकिया कि परमाणु स्थिर क्यों है, किद्दां हन। ठीक है, दूजा ये मॉडल हाइड्रोजन और परमाणु के स्पैक्ट्रम बारे व्याख्या नहीं कर सकिया। दोनों जिहड़ियां खामियां तुसीं याद कर लैणियां चंगी तरह। अगे प्रश्न नंबर 4। बोहर के परमाणु मॉडल की व्याख्या करो। ये ध्यान नाल समझ लो। तो सब तो बाद में दिता गया कि जिहड़ियां खामियां जे थॉमसन के जां रदरफोर्ड जिहड़ा आ ਉਹਦੇ परमाणु मॉडल ਵਿੱਚ रह गई सी, वो इन स्पष्ट तौर पर उन्होंने ਜਿਹੜਾ ਆ ਸਮਝਾਉਣ ਦਾ कोशिश की। नंबर 1। परमाणु का सारा धन चार्ज ਅਤੇ लगभग सारा पुंज वो की परमाणु के केंद्रक ਵਿੱਚ मौजूद होंदा है। ब्रैकेट 'ਚ लिखिਆ प्रोटोन परमाणु पुंज की काहदा जोड़ आ? प्रोटोन ਅਤੇ न्यूट्रॉन ਤਾਂ ब्रैकेट ਵਿੱਚ ਪਾਇਆ ਹੋਇਆ ਦੇ ਕੇਂਦਰ ਵਿੱਚ मौजूद होंदा है, जिस ਨੂੰ न्यूक्लियस ਜਾਂ केंद्रक ਕਹਿੰਦੇ ਹਨ। हाँ जी, दूजा की कहता बोहर? देखो, ऋण चार्जित इलैक्ट्रॉन कुछ विशेष ऑर्बिटां विच ही चक्कर लगाते हैं। ठीक है, नंबर 3। जदों इलैक्ट्रॉन इस विशेष पथ विच चक्कर लगाते हैं तो उन्हां दी ऊर्जा का विकिरण नहीं हुंदा। प्रश्न नंबर 4। विशेष निश्चित ऑर्बिटां नूं के भाव पहला, एल दूसरा, एम तीसरा ते एन आदि का नाम दिते गए हैं। भाव एन बराबर 1 2 3 4 -100 नूं दर्शाते हैं। प्रश्न नंबर 5। इस अध्याय विच दिते गए सारे परमाणु मॉडलों की तुलना करो। हाँ जी बेटे, मैं दस्सिया सी तुहानूं सब तो पहले थॉमसन का मॉडल सी, फिर रदरफोर्ड का मॉडल आ, तो फिर बोहर का मॉडल है। ध्यान नाल समझ लिओ, तुहानूं इहदे विच सारे जिहड़े ते बुक दे विच डायग्राम बने होए आ नाल वो समझ लैणे आ, तुहानूं पूरा समझ आ जाऊगा क्लीयर। थॉमसन का मॉडल की कहता सी कि परमाणु धन चार्जित गोला है, तो इलैक्ट्रॉन पूरे गोले में किते किते खुब्बे हुए हैं। जिस तरह मस्क मैलन भाव तरबूज होंदा है ना, वाटरमैलन जिन्हों आप बड़ा वाला जिहड़ा हुंदा है वाटरमैलन भाव के तरबूज जिन्हों कहते हैं। कहते जिस तरह वो बीज लाल रंग का फ्लैश होंदा है, तो बीज में इस तरह लगे हुए बिच हुंदे आ, खुब्बे हुए होंदे हैं। इस तरह कहता भी सारे विच इलैक्ट्रॉन खिलरे हुए होंदे हैं। थॉमसन कहता सी, जबकि रदरफोर्ड ने बाद में दस्सिया सी कि एक खास वो केंद्रक दे विच हुंदे आ। रदरफोर्ड ने की कहा सी, कहना धन चार्ज परमाणु के केंद्रक विच हुंदा है, जिस नूं न्यूक्लियस कहते हैं, तो इलैक्ट्रॉन न्यूक्लियस के दुआले कुछ ऑर्बिटां विच चक्कर कटदे हन। इन थोड़ा क्लीयर किया। तो अगे बोहर ने बिल्कुल जिहड़ियां कुछ खामियां रदरफोर्ड के मॉडल में भी नहीं क्लीयर कर सके सी, वो बोहर ने कोशिश की है। देखो, धन चार्ज परमाणु के केंद्रक विच संघनित हुंदा है, जिस नूं न्यूक्लियस कहते हैं। इलैक्ट्रॉन न्यूक्लियस दुआले कुछ निश्चित ऑर्बिट विच चक्कर कटदे हैं। प्रश्न नंबर 6। पहले 18 तत्तां दे वख-वख शैलां विच इलैक्ट्रॉन वंड दे नियम नूं लिखो। हाँ जी,
ਐਨਵੇਂ ਸ਼ੈੱਲ ਵਿੱਚ ਭਾਵ ਐਨਵੇਂ ਸ਼ੈੱਲ ਵਿੱਚ ਭਾਵ ਕਿ ਇਹਦੇ ਅੱਗੇ ਫਾਰਮੂਲਾ ਦੇਖੋ ਆਇਆ 2n²। ਆਪਾਂ ਯਾਦ ਰੱਖਣਾ ਕਿ ਜਿਹੜੇ ਸ਼ੈੱਲ ਦੀ ਗੱਲ ਕਰਨੀ ਹੈ n ਭਾਵ ਕਿ ਨੰਬਰ ਆਫ ਸ਼ੈੱਲ ਆ। ਜੇ ਪਹਿਲਾ ਸ਼ੈੱਲ ਆ ਤਾਂ 2 ਗੁਣਾ n ਦੀ ਜਗ੍ਹਾ ਤੇ ਕਿੰਨਾ ਭਰ ਲਵਾਂਗੇ ਆਪਾਂ 1 ਤਾਂ ਸਕੁਅਰ। ਇਹਦਾ ਮਤਲਬ ਪਹਿਲੇ ਸ਼ੈੱਲ ਵਿੱਚ 2 ਇਲੈਕਟ੍ਰੋਨ ਹੁੰਦੇ ਹਨ। ਕਾਪੀ ਦੇ ਉੱਤੇ ਕੱਢੋ, ਸੋਲਵ ਕਰੋ ਨਾਲ ਨਾਲ ਦੇਖੋ। ਇਸੇ ਤਰ੍ਹਾਂ 18 ਤੱਤਾਂ ਲਈ ਇਲੈਕਟ੍ਰੋਨਿਕ ਵੰਡ ਜਿਹੜੀ ਆ, ਜਿੱਦਾਂ ਹੁਣ ਆਪਾਂ ਦੂਜੇ ਸ਼ੈੱਲ ਦੀ ਗੱਲ ਕਰੀਏ n ਦੀ ਜਗ੍ਹਾ ਤੇ 2 ਭਰ ਦਿਓ, 2 ਗੁਣਾ 2 ਦਾ ਸਕੁਅਰ। ਠੀਕ ਹੈ, ਉਹ ਬਣ ਗਿਆ 2 ਦਾ ਸਕੁਅਰ ਕਿੰਨਾ ਹੋ ਗਿਆ 4। ਇਹਦਾ ਮੈਂ 4 ਦੂਣੀ 8। ਦੂਸਰੇ ਔਰਬਿਟ ਵਿੱਚ ਆਪਾਂ 8 ਇਲੈਕਟ੍ਰੋਨ ਭਰ ਸਕਦੇ ਹਾਂ। ਇਸ ਤਰ੍ਹਾਂ ਅੱਗੇ ਤੋਂ ਅੱਗੇ ਆਪਾਂ ਜਿਹੜੇ ਆ ਉਹਦੇ 2n² ਦੇ ਫਾਰਮੂਲੇ ਦੇ ਹਿਸਾਬ ਨਾਲ ਆਪਾਂ ਸ਼ੈੱਲ ਵਿੱਚ ਇਲੈਕਟ੍ਰੋਨਾਂ ਦੀ ਗਿਣਤੀ ਭਰ ਸਕਦੇ ਹਾਂ ਵੱਧ ਤੋਂ ਵੱਧ। ਪ੍ਰਸ਼ਨ ਨੰਬਰ 7, ਸਿਲੀਕੌਨ ਅਤੇ ਆਕਸੀਜਨ ਦੀ ਉਦਾਹਰਨ ਲੈ ਕੇ ਸੰਯੋਜਕਤਾ ਦੀ ਪਰਿਭਾਸ਼ਾ ਦਿਓ। ਸੰਯੋਜਕਤਾ ਕੀ ਦੱਸਿਆ ਜੀ ਤੁਹਾਨੂੰ ਮੈਂ? ਆਪਣੇ ਬਾਹਰੀ ਸ਼ੈੱਲ ਦਾ ਅਸ਼ਟਕ ਪੂਰਾ ਕਰਨ ਲਈ ਇੱਕ ਪਰਮਾਣੂ ਕਿਸੇ ਹੋਰ ਪਰਮਾਣੂ ਨੂੰ ਜਿੰਨੇ ਇਲੈਕਟ੍ਰੋਨ ਦਿੰਦਾ ਹੈ ਜਾਂ ਪ੍ਰਾਪਤ ਕਰਦਾ ਹੈ। ਜਿਵੇਂ ਗੱਲ ਦੱਸੀ ਸੀ ਤੁਹਾਨੂੰ ਮੈਂ, ਜਿੱਦਾਂ ਸੋਡੀਅਮ ਆ ਉਹਦੇ ਕੋਲ ਇੱਕ ਇਲੈਕਟ੍ਰੋਨ ਫਾਲਤੂ ਹੁੰਦਾ ਭਾਵ 2,8,1 ਉਹ ਇੱਕ ਦੇ ਦਿੰਦਾ ਆ, ਉਹ ਧਨ ਆਇਨ ਬਣ ਜਾਂਦਾ ਆ। ਠੀਕ ਹੈ, ਉਹਦੀ ਸੰਯੋਜਕਤਾ 1 ਹੋ ਗਈ। ਇਸੇ ਤਰ੍ਹਾਂ ਕਲੋਰੀਨ ਆ, ਉਹਦੀ ਹੁੰਦਾ ਹੈਗਾ 2,8,7। ਠੀਕ ਹੈ, ਉਹਨੂੰ ਇੱਕ ਇਲੈਕਟ੍ਰੋਨ ਚਾਹੀਦਾ, ਉਹ ਇੱਕ ਇਲੈਕਟ੍ਰੋਨ ਲੈ ਲੈਂਦਾ ਹੈ, ਉਹਦੀ ਇੱਕ ਮਾਈਨਸ ਸੰਯੋਜਕਤਾ ਹੋ ਗਈ। ਠੀਕ ਹੈ, ਇਸ ਤਰ੍ਹਾਂ ਆਪਾਂ ਜਿੰਨੇ ਇਲੈਕਟ੍ਰੋਨ ਲੈਂਦਾ ਹੈ ਜਾਂ ਇਲੈਕਟ੍ਰੋਨ ਦਿੰਦਾ ਹੈ ਆਪਣਾ ਬਾਹਰੀ ਅਸ਼ਟਕ ਪੂਰਾ ਕਰਨ ਲਈ, ਉਹਨੂੰ ਆਪਾਂ ਕੀ ਕਹਿੰਦੇ, ਉਸ ਦੀ ਸੰਯੋਜਕਤਾ ਕਹਿੰਦੇ ਹਾਂ। ਜਿਵੇਂ ਸਿਲੀਕੌਨ ਦੀ ਸੰਯੋਜਕਤਾ ਕਿੰਨੀ ਹੋਊਗੀ 2 ਇਲੈਕਟ੍ਰੋਨ ਤਰਤੀਬ ਪਹਿਲੇ ਸਮਝੋ, ਉਹਦੇ ਲਈ 2,8,4। ਤੇ ਇਸ ਦੇ ਦੇਖੋ ਬਾਹਰੀ ਸ਼ੈੱਲ ਵਿੱਚ 8 ਇਲੈਕਟ੍ਰੋਨ ਪੂਰੇ ਕਰਨ ਲਈ ਸਿਲੀਕੌਨ ਨੂੰ 4 ਇਲੈਕਟ੍ਰੋਨ ਕਿਸੇ ਹੋਰ ਪਰਮਾਣੂ ਨਾਲ ਸਾਂਝਾ ਕਰਦਾ ਹੈ। ਇਸ ਦੇ ਸਿਲੀਕੌਨ ਦੀ ਸੰਯੋਜਕਤਾ 4 ਹੈ। ਇਸੇ ਤਰ੍ਹਾਂ ਆਕਸੀਜਨ ਦੀ ਗੱਲ ਕਰੀਏ, ਪਰਮਾਣੂ ਸੰਖਿਆ Z ਭਾਵ ਕਿ ਐਟੋਮਿਕ ਨੰਬਰ ਹੋ ਗਿਆ 8 ਤੇ ਇਲੈਕਟ੍ਰੋਨ ਤਰਤੀਬ ਕਿੰਨੀ 2,6 ਤੇ 6 ਇਹਦੇ ਕੋਲ ਬਾਹਰਲੇ ਸ਼ੈੱਲ ਦੇ ਵਿੱਚ ਇਲੈਕਟ੍ਰੋਨ। ਇਹਨੂੰ ਪੂਰੇ ਕਿੰਨੇ ਕਰਨੇ ਆਪਾਂ 8 ਅਸ਼ਟਕ ਚੱਕਰ ਪੂਰਾ ਕਰਨਾ। 8 ਪੂਰੇ ਕਰਨ ਲਈ ਸਾਨੂੰ 2 ਹੋਰ ਚਾਹੀਦੇ ਆ, ਇਸ ਕਰਕੇ ਇਹਦੀ ਸੰਯੋਜਕਤਾ ਕਿੰਨੀ ਹੋਏਗੀ 2। ਪ੍ਰਸ਼ਨ ਨੰਬਰ 8, ਉਦਾਹਰਨ ਸਹਿਤ ਵਿਆਖਿਆ ਕਰੋ। ਪਰਮਾਣੂ ਸੰਖਿਆ, ਪੁੰਜ ਸੰਖਿਆ, ਸਮਸਥਾਨਕ ਅਤੇ ਸਮਭਾਰਕ। ਸਮਸਥਾਨਕਾਂ ਦੇ ਕੋਈ 2 ਲਾਭ ਵੀ ਲਿਖੋ। ਆਪਾਂ ਬੇਟੇ ਪਿੱਛੇ ਪੜ੍ਹ ਚੁੱਕੇ ਹਾਂ, ਮੈਂ ਦੱਸਿਆ ਹੀ ਪਰਮਾਣੂ ਸੰਖਿਆ ਕੀ ਆ, ਕਿਸੇ ਵੀ ਪਰਮਾਣੂ ਦੇ ਨਿਊਕਲੀਅਸ ਵਿੱਚ ਮੌਜੂਦ ਪ੍ਰੋਟੋਨਾਂ ਦੀ ਗਿਣਤੀ ਨੂੰ ਪਰਮਾਣੂ ਸੰਖਿਆ ਕਹਿੰਦੇ ਹਨ। ਉਦਾਹਰਨ ਵਜੋਂ ਕਾਰਬਨ ਦੇ ਨਿਊਕਲੀਅਸ ਵਿੱਚ 6 ਪ੍ਰੋਟੋਨ ਹੁੰਦੇ ਹਨ, ਇਸ ਕਰਕੇ ਇਹਦੀ ਪਰਮਾਣੂ ਸੰਖਿਆ 6 ਹੈ। ਠੀਕ ਹੈ, ਪ੍ਰਸ਼ਨ ਨੰਬਰ ਐੜਾ, ਪੁੰਜ ਸੰਖਿਆ ਕੀ ਹੈ ਦੱਸਿਆ ਸੀ ਤੁਹਾਨੂੰ। ਪੁੰਜ ਸੰਖਿਆ ਕਿਸੇ ਵੀ ਨਿਊਕਲੀਅਸ ਵਿੱਚ ਮੌਜੂਦ ਪ੍ਰੋਟੋਨਾਂ ਅਤੇ ਨਿਊਟਰਨਾਂ ਦਾ ਜੋੜ ਨੂੰ ਪੁੰਜ ਸੰਖਿਆ ਜਾਂ ਪਰਮਾਣੂ ਪੁੰਜ ਕਹਿੰਦੇ ਹਨ, ਤੇ ਇਹਨੂੰ ਆਪਾਂ A ਨਾਲ ਨੋਟ ਕਰਦੇ ਹਾਂ। ਪਰਮਾਣੂ ਸੰਖਿਆ ਨੂੰ ਉੱਪਰ Z ਨਾਲ ਨੋਟ ਕਰਦੇ ਸੀ, ਇਹ ਵੀ ਯਾਦ ਰੱਖਣਾ ਆਪਾਂ। ਠੀਕ ਹੈ, ਤੇ ਹੁਣ ਆਪਾਂ ਇਹ ਦੇਖਣਾ ਆ ਕਿ ਪੁੰਜ ਸੰਖਿਆ ਜਿੱਦਾਂ ਹੁਣ ਆਪਾਂ ਕਾਰਬਨ ਦੀ ਗੱਲ ਕੀਤੀ ਸੀ, ਕਾਰਬਨ ਕੋਲ 6 ਹੀ ਪ੍ਰੋਟੋਨ ਆ ਤੇ 6 ਨਿਊਟਰੋਨ ਆ, ਇਸ ਕਰਕੇ ਕਾਰਬਨ ਜਿਹੜਾ ਹੈ ਇਸ ਦੀ ਪੁੰਜ ਸੰਖਿਆ ਇੱਥੇ ਥੋੜਾ ਗਲਤ ਬੜ ਲਿਖੋ ਗਿਆ ਬੇਟੇ, ਦੇਖੋ ਇਸ ਦੀ ਪੁੰਜ ਸੰਖਿਆ 12 ਹੈ, 12 ਆਵੇਗਾ। ਠੀਕ ਹੈ, ਇਸ ਦੀ ਪੁੰਜ ਸੰਖਿਆ 12 ਹੈ। ਠੀਕ ਹੈ, ਕਿਹਦੀ? ਕਾਰਬਨ ਦੀ। ਅਗਲਾ, ਸਮਸਥਾਨਕ ਜਾਂ ਆਈਸੋਟੋਪ। ਸਮਸਥਾਨਕ ਇੱਕ ਹੀ ਤੱਤ ਦੇ ਪਰਮਾਣੂ ਹਨ ਜਿਨ੍ਹਾਂ ਦੀ ਪੁੰਜ ਸੰਖਿਆ ਵੱਖ-ਵੱਖ ਹੁੰਦੀ ਹੈ। ਉਦਾਹਰਨ ਵਜੋਂ ਕਾਰਬਨ ਦੇ ਸਮਸਥਾਨਕ ਜਿਹੜੇ ਆ ਦੇਖੋ ਦੋਨਾਂ ਦੀ ਪਰਮਾਣੂ ਸੰਖਿਆ ਸਮਾਨ ਆ 6-6 ਤੇ ਪਰਮਾਣੂ ਪੁੰਜ ਅਲੱਗ-ਅਲੱਗ ਆ। ਠੀਕ ਆ, ਅੱਗੇ ਸੰਭਾਰਕ ਜਾਂ ਆਈਸੋਬਾਰ ਪਿੱਛੇ ਵੀ ਕੀਤਾ ਸੀ ਆਪਾਂ। ਪਰਮਾਣੂ ਸੰਭਾਰਕ ਉਹ ਪਰਮਾਣੂ ਹਨ ਜਿਨ੍ਹਾਂ ਦੀ ਪੁੰਜ ਸੰਖਿਆ ਬਰਾਬਰ ਆ ਪਰ ਪਰਮਾਣੂ ਜਿਹੜਾ ਸੰਖਿਆ ਅਲੱਗ-ਅਲੱਗ ਆ। ਦੇਖੋ ਕਾਰਬਨ ਦੀ ਪਰਮਾਣੂ ਸੰਖਿਆ ਥੱਲੇ 6 ਆ ਤੇ ਨਾਈਟ੍ਰੋਜਨ ਦੀ 7 ਆ। ਇੱਥੇ ਫਿਰ ਬੇਟੇ ਉੱਤੇ 12 ਲਿਖੋਗੇ ਪਰ 14 ਆ। ਕਾਰਬਨ ਦੇ ਵੀ ਉੱਪਰ ਪਰਮਾਣੂ ਸੰਖਿਆ 14 ਆ ਜਿਹੜਾ ਸਮਸਥਾਨਕ ਆ ਕਾਰਬਨ ਦਾ। ਠੀਕ ਹੈ, ਤੇ ਨਾਈਟ੍ਰੋਜਨ ਦੀ ਵੀ 14 ਆ, ਭਾਵ ਕਿ ਦੋਨਾਂ ਦੇ ਉੱਪਰ ਪਰਮਾਣੂ ਪੁੰਜ ਜਿਹੜਾ ਇੱਥੇ 12 ਲਿਖੋ ਗਿਆ ਕਾਰਬਨ ਦਾ, ਇਹ 14 ਆ। ਵੈਸੇ 14 ਹੀ ਪਰਮਾਣੂ ਪੁੰਜ ਜਿਹੜਾ ਕਾਰਬਨ ਦਾ ਆ ਤੇ 14 ਹੀ ਜਿਹੜਾ ਪਰਮਾਣੂ ਪੁੰਜ ਨਾਈਟ੍ਰੋਜਨ ਦਾ, ਇਸ ਕਰਕੇ ਸੰਭਾਰਕ ਹਨ ਭਾਵ ਆਈਸੋਬਾਰ ਹਨ। ਸਮਸਥਾਨਕਾਂ ਦੇ ਲਾਭ ਦੇਖੋ, ਯੂਰੇਨੀਅਮ ਦੇ ਇੱਕ ਸਮਸਥਾਨਕ ਦੀ ਵਰਤੋਂ ਪਰਮਾਣੂ ਭੱਠੀ ਵਿੱਚ ਬਾਲਣ ਦੇ ਰੂਪ ਵਿੱਚ ਕੀਤੀ ਜਾਂਦੀ ਹੈ। ਦੂਜਾ, ਕੈਂਸਰ ਦੇ ਇਲਾਜ ਵਿੱਚ ਕੋਬਾਲਟ ਦੇ ਸਮਸਥਾਨਕ ਦੀ ਵਰਤੋਂ ਹੁੰਦੀ ਹੈ। ਤੀਜਾ, ਥਾਇਰਾਇਡ ਦੇ ਰੋਗ ਵਿੱਚ ਆਇਓਡੀਨ ਦੇ ਸਮਸਥਾਨਕ ਦੀ ਵਰਤੋਂ ਹੁੰਦੀ ਹੈ। ਹਾਂਜੀ, ਅੱਗੇ ਬੇਟੇ ਪ੍ਰਸ਼ਨ ਨੰਬਰ 9, ਸੋਡੀਅਮ ਆਇਨ ਦੇ ਪੂਰੀ ਤਰ੍ਹਾਂ ਭਰੇ ਹੋਏ K ਅਤੇ L ਸ਼ੈੱਲ ਹੁੰਦੇ ਹਨ, ਵਿਆਖਿਆ ਕਰੋ। ਸੋਡੀਅਮ ਆਇਨ ਦੇ ਭਾਵ ਕਿ ਜਿੱਦਾਂ ਹੁਣ ਸੋਡੀਅਮ ਦੀ ਇਲੈਕਟ੍ਰੋਨ ਤਰਤੀਬ 2,8,1 ਹੁੰਦੀ ਆ। ਠੀਕ ਆ, ਜੇ ਇੱਕ ਇਲੈਕਟ੍ਰੋਨ ਦੇ ਦਿੰਦਾ ਆ ਤੇ ਉਹਦੇ ਨਾਲ ਕੀ ਹੈ, ਇਹਦੇ ਤੇ
ਧਨ ਚਾਰਜ ਆ ਜਾਏਗਾ, ਕਿਉਂਕਿ ਇੱਕ ਇਲੈਕਟ੍ਰੋਨ ਦੇ ਦਿੰਦਾ ਇਹ ਤੇ ਆਪਣਾ ਬਾਹਰਲਾ ਸ਼ੈੱਲ ਪੂਰਾ ਅਸ਼ਟਕ ਭਰਿਆ ਰੱਖਦਾ ਹੈ 2,8 ਭਾਵ ਕਿ 10 ਰਹਿ ਜਾਊਗਾ। ਇਸ ਕਰਕੇ ਇਹਦੇ ਉਹਨਾਂ ਨੇ ਕਿਹਾ ਹੈ ਕਿ ਸੋਡੀਅਮ ਆਇਨ ਦੇ ਪੂਰੀ ਤਰ੍ਹਾਂ ਭਰੇ ਹੋਏ ਸ਼ੈੱਲ ਹੁੰਦੇ ਹਨ, ਜਦ ਕਿ ਸੋਡੀਅਮ ਦੇ ਨਹੀਂ ਹੁੰਦੇ। ਸੋਡੀਅਮ ਉੱਪਰ ਪਲੱਸ ਜਾਂ ਮਾਈਨਸ ਆਉਣ ਨਾਲ ਆਇਨ ਬਣ ਜਾਂਦੇ ਆ। ਸੋਡੀਅਮ ਆਇਨ ਦੀ ਗੱਲ ਕੀਤੀ, ਜਿਹੜਾ Na ਆ ਕੱਲਾ ਹੋਵੇ ਉੱਤੇ ਪਲੱਸ ਨਹੀਂ ਹੁੰਦਾ ਤਾਂ ਫਿਰ ਉਹਦੀ 2,8,1 ਹੁੰਦੀ ਆ, ਪਰ ਉੱਤੇ ਪਲੱਸ ਪਲੱਸ ਆਉਣ ਨਾਲ ਉਹਦੇ ਨਾਲ ਦੇਖੋ ਕੀ ਹੋ ਗਿਆ ਕਿ ਉਹਦੇ ਉੱਤੋਂ ਇੱਕ ਇਲੈਕਟ੍ਰੋਨ ਇਹਦਾ ਮਤਲਬ ਦਿੱਤਾ ਹੋਇਆ ਹੈ। ਇਸ ਕਰਕੇ 2,8 ਭਾਵ ਕਿ ਦੋਨੋਂ ਸ਼ੈੱਲ ਬਾਹਰਲੇ ਭਰੇ ਹੋਏ ਹਨ। ਪ੍ਰਸ਼ਨ ਨੰਬਰ 10, ਜੇ ਬ੍ਰੋਮੀਨ ਪਰਮਾਣੂ ਆ ਦੋ ਸਮਸਥਾਨਕ, ਇਹ ਬੇਟੇ ਨੁਮੈਰੀਕਲ ਆ 10ਵਾਂ ਤੇ 11ਵਾਂ। ਤੁਸੀਂ ਬੁੱਕ ਦੇ ਹਿਸਾਬ ਨਾਲ ਸੋਲਵ ਕਰਨਾ, ਜਾਂ ਮੈਂ ਇਹਦੀ ਅਲੱਗ ਵੀਡੀਓ ਇੱਕ ਬਣਾਊਂਗਾ ਤੇ ਜਿਹੜੀ ਬਲੈਕ ਬੋਰਡ ਦੇ ਤੁਹਾਨੂੰ ਸਮਝਾਊਂਗਾ, ਠੀਕ ਹੈ। ਤੇ ਹੁਣ ਇਹ ਤੋਂ ਅਗਲੇ ਕੁਐਸਚਨ ਆਪਾਂ ਕਰਦੇ ਹਾਂ 12ਵਾਂ। ਪ੍ਰਸ਼ਨ ਨੰਬਰ 12, ਜੇ ਤੱਤ ਦਾ Z ਭਾਵ ਕਿ ਪਰਮਾਣੂ ਸੰਖਿਆ ਬਰਾਬਰ 3 ਹੋਵੇ ਤਾਂ ਤੱਤ ਦੀ ਸੰਯੋਜਕਤਾ ਕੀ ਹੋਵੇਗੀ, ਤੱਤ ਦਾ ਨਾਮ ਕੀ ਹੋਵੇਗਾ। ਦੇਖੋ ਬੇਟੇ ਤੀਜੇ ਨੰਬਰ ਤੇ ਦੇਖੋ ਕਿ ਇਹਦਾ Z ਭਾਵ ਪਰਮਾਣੂ ਸੰਖਿਆ ਕਿਹਦੀ ਹੈ 3 ਬਈ, ਉਹ ਹੈ ਲੀਥੀਅਮ, ਠੀਕ ਹੈ। ਤੇ ਇਹਦਾ ਜਿਹੜਾ ਇਲੈਕਟ੍ਰੋਨ ਦੀ ਤਰਤੀਬ ਕੀ ਹੋਊਗੀ 2,1। ਇਸ ਕਰਕੇ ਬਾਹਰਲੇ ਸ਼ੈੱਲ ਵਿੱਚ ਇਹਦੇ ਕੋਲ ਇੱਕ ਇਲੈਕਟ੍ਰੋਨ ਆ ਤੇ ਇੱਕ ਇਲੈਕਟ੍ਰੋਨ ਆਸਾਨੀ ਨਾਲ ਕਿਸੇ ਨੂੰ ਦੇ ਸਕਦਾ, ਇਸ ਕਰਕੇ ਇਸ ਦੀ ਸੰਯੋਜਕਤਾ +1 ਹੋਵੇਗੀ। ਪ੍ਰਸ਼ਨ ਨੰਬਰ 13, ਦੋ ਪਰਮਾਣੂ ਸਪੀਸੀਜ਼ ਦੇ ਨਿਊਕਲੀਅਸ ਦੀ ਬਣਤਰ ਹੇਠਾਂ ਦਿੱਤੀ ਗਈ ਹੈ, ਭਾਵ ਕਿ ਦੇਖੋ X ਤੇ Y, ਪ੍ਰੋਟੋਨ ਨਿਊਟਰਨ। ਪ੍ਰੋਟੋਨ ਕਿੰਨੇ ਆ 6 ਤੇ ਨਿਊਟਰਨ ਕਿੰਨੇ ਆ 6 ਤੇ 8। ਹੁਣ ਆਪਾਂ ਜੇ ਗੱਲ ਕਰੀਏ X ਤੇ Y ਦੀ ਪੁੰਜ ਸੰਖਿਆ ਗਿਆਤ ਕਰੋ। X ਦੀ ਪੁੰਜ ਸੰਖਿਆ ਪ੍ਰੋਟੋਨ ਪਲੱਸ ਨਿਊਟਰਨ ਕਿੰਨੇ ਹੋ ਗਏ 6 6 12, ਤੇ ਦੂਜੇ ਦੇ ਕਿੰਨੇ ਹੋ ਗਏ ਬਈ ਪ੍ਰੋਟੋਨ ਨਿਊਟਰਨ 6 + 8, ਇਹ ਕਿੰਨੇ ਹੋ ਗਏ ਬਰਾਬਰ 14। ਇਸ ਕਰਕੇ ਦੋਵੇਂ ਸਪੀਸੀਜ਼ ਇੱਕੋ ਤੱਤ ਕਾਰਬਨ ਦੇ ਸਮਸਥਾਨਕ ਹਨ, ਭਾਵ ਕਿ ਕਾਰਬਨ ਦੇ ਸਮਸਥਾਨਕ ਆ ਬੇਟੇ, ਕਿਉਂਕਿ ਕਾਰਬਨ ਦੇ ਸਮਸਥਾਨਕ ਆਪਾਂ ਪੜ੍ਹਿਆ ਸੀ, ਇੱਕ ਦੀ ਜਿਹੜੇ ਆ ਪਰਮਾਣੂ ਪੁੰਜ 12 ਹੁੰਦਾ ਹੈ ਤੇ ਦੂਜੇ ਦਾ ਪਰਮਾਣੂ ਪੁੰਜ 14 ਹੁੰਦਾ ਹੈ। ਪ੍ਰਸ਼ਨ ਨੰਬਰ 14, ਹੇਠ ਲਿਖੇ ਕਥਨ ਗਲਤ ਹਨ ਜਾਂ ਸਹੀ ਹਨ ਲਿਖਣੇ ਆ। ਇਹ ਤੁਸੀਂ ਮੈਂ ਉੱਤੇ ਲਿਖਿਆ ਹੋਇਆ ਹੈ ਤੇ ਤੁਸੀਂ ਧਿਆਨ ਨਾਲ ਸਮਝ ਕੇ ਟਿਕ ਲਗਾ ਲੈਣੇ ਆ, ਠੀਕ ਹੈ। ਤੇ ਬਾਕੀ ਜਿਹੜੀ ਆ ਤੁਹਾਡੇ ਨਾਲ ਬੇਟੇ ਇਹ ਜਿਹੜੀ ਲਗਭਗ ਫੁੱਲ ਐਕਸਰਸਾਈਜ਼ ਤੁਹਾਡੇ ਨਾਲ ਮੈਂ ਹੁਣ ਸੋਲਵ ਕੀਤੀ ਆ। ਤੁਸੀਂ ਕਾਪੀ ਦੇ ਉੱਤੇ ਕੁਐਸਚਨ ਆਨਸਰ ਧਿਆਨ ਨਾਲ ਸਮਝ ਲੈਣੇ ਤੇ ਇੱਕ ਵਾਰੀ ਲੈਸਨ ਨੂੰ ਥੋਰੋਲੀ ਰੀਡ ਕਰ ਲੈਣਾ, ਠੀਕ ਹੈ। ਰੀਡ ਕਰਨ ਤੋਂ ਬਾਅਦ ਫਿਰ ਦੂਸਰੀ ਵਾਰੀ ਕੁਐਸਚਨ ਆਨਸਰ ਇਹ ਸਮਝਣੇ ਆ ਤਾਂ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਜਾਣਗੇ। ਅੱਗੇ ਕੁਐਸਚਨ ਨੰਬਰ 15 ਦੇ ਜਿਹੜੇ ਆ ਉਹ ਆਪਾਂ ਆਪਸ਼ਨ ਵਾਲੇ ਕੁਐਸਚਨ ਆ ਗਏ ਆ। ਊੜਾ ਵਾਲਾ ਪਹਿਲਾ ਹੈ ਕੀ ਕੁਐਸਚਨ 15, ਰਦਰਫੋਰਡ ਦਾ ਐਲਫਾ ਕਣ ਖੰਡਾਓ ਪ੍ਰਯੋਗ ਕਿਸ ਦੀ ਖੋਜ ਲਈ ਜ਼ਿੰਮੇਵਾਰ ਹੈ। ਬੇਟੇ ਸਾਡੇ ਤਾਂ ਆਪਾਂ ਪਤਾ ਆ ਕਿ ਰਦਰਫੋਰਡ ਨੇ ਸੋਨੇ ਦੇ ਵਰਕ ਉੱਤੇ ਐਲਫਾ ਕਣਾਂ ਦੀ ਜਦੋਂ ਵਿਛਾੜ ਕੀਤੀ ਤਾਂ ਕੁਝ ਜਿਹੜੇ ਸੀਗੇ ਇਲੈਕਟ੍ਰੋਨ ਜਿਹੜੇ ਕਣ ਸੀਗੇ ਕਣ ਉਹ ਵਾਪਸ ਉੱਦਾਂ ਹੀ ਮੁੜ ਕੇ ਆ ਗਏ ਸੀ ਤੇ ਕੁਝ ਸਾਈਡਾਂ ਨੂੰ ਝੁਕ ਗਏ ਸੀਗੇ, ਸਾਈਡਾਂ ਦੀ ਨਿਕਲ ਗਏ ਸੀ ਟਕਰਾ ਕੇ, ਤੇ ਕੁਝ ਵਾਪਸ ਉੱਦਾਂ ਹੀ ਆ ਗਏ ਸੀ ਕਿਉਂਕਿ ਉਹਨਾਂ ਨੂੰ ਦੱਸਿਆ ਸੀ ਕਿ ਇਹ ਕੇਂਦਰਕ ਹੁੰਦਾ, ਇਹਦੇ ਵਿੱਚ ਇੱਕ ਨਿਊਕਲੀਅਸ ਹੁੰਦਾ ਹੈ। ਇਸ ਕਰਕੇ ਉਹ ਕਾਹਦੀ ਖੋਜ ਕੀਤੀ ਸੀ ਪਰਮਾਣੂ ਦੇ ਨਿਊਕਲੀਅਸ ਦੀ। ਪ੍ਰਸ਼ਨ ਨੰਬਰ 16, ਇੱਕ ਤੱਤ ਦੇ ਸਮਸਥਾਨਕ ਵਿੱਚ ਹੁੰਦੇ ਹਨ ਕੀ ਬੇਟੇ ਨਿਊਟਰਨਾਂ ਦੀ ਵੱਖ-ਵੱਖ ਸੰਖਿਆ। ਪ੍ਰਸ਼ਨ ਨੰਬਰ 17, ਕਲੋਰੀਨ ਆਇਨ ਵਿੱਚ ਸੰਯੋਜਕਤਾ ਇਲੈਕਟ੍ਰੋਨਾਂ ਦੀ ਸੰਖਿਆ ਹੁੰਦੀ ਹੈ। ਸੰਯੋਜਕਤਾ ਇਲੈਕਟ੍ਰੋਨਾਂ ਦੀ ਕਲੋਰੀਨ ਆਇਨ ਵਿੱਚ ਕੀ ਕਰਨਾ ਬੇਟੇ ਇਹਨਾਂ ਨੂੰ ਦੇਖੋ ਕਲੋਰੀਨ ਮਾਈਨਸ ਆਇਨ ਵਿੱਚ ਸੰਯੋਜਕਤਾ ਇਲੈਕਟ੍ਰੋਨ, ਹਾਂ ਕਿਉਂਕਿ ਕਲੋਰੀਨ ਦੇ ਉੱਦਾਂ 7 ਹੁੰਦੇ ਆ ਬਾਹਰਲੇ ਸ਼ੈੱਲ ਵਿੱਚ, ਪਰ ਇਹ ਮਾਈਨਸ ਉੱਤੇ ਆ ਭਾਵੇਂ ਇੱਕ ਇਲੈਕਟ੍ਰੋਨ ਲੈ ਲਿਆ, ਇਸ ਕਰਕੇ ਉਹਦੇ 8 ਹੋ ਗਿਆ ਇਲੈਕਟ੍ਰੋਨ, ਠੀਕ ਹੈ। ਇਹ 8 ਵਾਲਾ ਆਏਗਾ ਜਿਹੜਾ। ਪ੍ਰਸ਼ਨ ਨੰਬਰ 18, ਸੋਡੀਅਮ ਦੀ ਸਹੀ ਇਲੈਕਟ੍ਰੋਨ ਵੰਡ ਹੇਠ ਲਿਖਿਆਂ ਵਿੱਚੋਂ ਕਿਹੜੀ ਹੈ। ਸੋਡੀਅਮ ਦੀ ਇਲੈਕਟ੍ਰੋਨ ਤਰਤੀਬ ਸਾਨੂੰ ਪਤਾ 11, ਪਰਮਾਣੂ ਸੰਖਿਆ 11 ਹੁੰਦੀ ਹੈ, 11 ਐਟੋਮਿਕ ਨੰਬਰ। ਇਸ ਕਰਕੇ ਉਹਦੀ ਪਰਮਾਣੂ ਸੰਖਿਆ ਜਿਹੜੀ ਹੋਏਗੀ 2,8,1। ਪ੍ਰਸ਼ਨ ਨੰਬਰ 19, ਹੇਠ ਲਿਖੀ ਸਾਰਣੀ ਨੂੰ ਪੂਰਾ ਕਰੋ। ਹੇਠ ਲਿਖੀ ਸਾਰਣੀ ਨੂੰ ਪੂਰਾ ਕਰੋ ਬੇਟੇ, ਇਹਦੇ ਵਿੱਚ ਮੈਂ ਕੀਤਾ ਹੋਇਆ ਸਾਰਣੀ ਨੂੰ, ਤੁਸੀਂ ਧਿਆਨ ਨਾਲ ਸਮਝ ਗਏ, ਹੁਣ ਤੁਹਾਨੂੰ ਪਤਾ ਲੱਗ ਗਿਆ ਕਿ ਕਿੱਦਾਂ ਤੱਤਾਂ ਦੀ ਕਿਹੜੀ ਸਪੀਸੀਜ਼ ਆ ਕਿਹੜੇ ਬਾਰੇ ਆਪਾਂ ਤੁਸੀਂ, ਤੇ ਇਹ ਆਪਣੀ ਬੁੱਕ ਦੀ ਹੈਲਪ ਲੈ ਕੇ ਤੁਹਾਨੂੰ ਇਹਨੂੰ ਸੋਲਵ ਕਰਨਾ ਹੈ, ਠੀਕ ਹੈ। ਤੇ ਮੈਂ ਦੱਸਿਆ ਇਹਦੇ ਵਿੱਚ ਮੇਨ ਖਾਸ ਗੱਲ ਕੀ ਆ ਕਿ ਪ੍ਰੋਟੋਨਾਂ ਅਤੇ ਨਿਊਟਰਨਾਂ ਦਾ ਜੋੜ ਜਿਹੜਾ ਉਹਦੀ ਪੁੰਜ ਸੰਖਿਆ ਹੁੰਦੀ ਆ, ਠੀਕ ਹੈ। ਤਾਂ ਜੇਕਰ ਆਪਾਂ ਨਿਊਟਰਨ ਪਤਾ ਕਰਨੇ ਹੋਣ ਤਾਂ ਪਰਮਾਣੂ ਪੁੰਜ ਵਿੱਚੋਂ ਪ੍ਰੋਟੋਨਾਂ ਦੀ ਸੰਖਿਆ ਘਟਾ ਦਿਓ ਤਾਂ ਨਿਊਟਰਨ ਬਰਾਬਰ ਆ ਜਾਂਦੇ। ਇਸ ਦੇ ਹਿਸਾਬ ਤੇ ਆਪਾਂ ਇਹਨਾਂ ਨੂੰ ਸਾਰਣੀ ਨੂੰ ਸੋਲਵ ਕਰ ਲੈਣਾ ਹੈ। ਸੋ ਡੀਅਰ ਸਟੂਡੈਂਟਸ ਐਂਡ ਟੀਚਰਸ, ਮੈਂ ਕੋਸ਼ਿਸ਼ ਕੀਤੀ ਆ
ਕਿ ਇਹ ਜਿਹੜਾ ਲੈਸਨ ਆ ਬੱਚਿਆਂ ਨੂੰ ਚੰਗੀ ਤਰ੍ਹਾਂ ਸਮਝ ਆ ਜਾਵੇ ਅਤੇ ਉਹ ਇਸ ਦੀ ਐਕਸਰਸਾਈਜ਼ ਪੂਰੀ ਤਰ੍ਹਾਂ ਸੋਲਵ ਕਰ ਲੈਣ। ਅਤੇ ਇੱਕ ਵਾਰੀ ਫਿਰ ਮੈਂ ਇਹੀ ਕਹਿੰਦਾ ਹਾਂ ਕਿ ਤੁਸੀਂ ਲੈਸਨ ਨੂੰ ਵੀ ਧਿਆਨ ਨਾਲ ਰੀਡ ਕਰ ਲੈਣਾ ਹੈ, ਤਾਂ ਕਿ ਫਿਰ ਬਾਅਦ ਵਿੱਚ ਜਦੋਂ ਤੁਸੀਂ ਕੁਐਸਚਨ ਆਨਸਰ ਦੇਖੋਗੇ ਦੂਸਰੀ ਵਾਰ, ਫਿਰ ਇਹ ਤੁਹਾਨੂੰ ਅੱਛੀ ਤਰ੍ਹਾਂ ਸਮਝ ਜ਼ਰੂਰ ਆ ਜਾਣਗੇ। ਅਤੇ ਬਾਕੀ ਨੈਕਸਟ ਲੈਸਨ ਜੋ ਆ 9th ਕਲਾਸ ਦੇ, ਉਹ ਵੀ ਤੁਹਾਡੇ ਨਾਲ ਮੈਂ ਸਾਂਝੇ ਕਰਦਾ ਰਹਾਂਗਾ, ਜ਼ਰੂਰ ਕਰੂੰਗਾ ਜਲਦੀ ਤੋਂ ਜਲਦੀ ਜਿੰਨੀ ਮੇਰੇ ਕੋਲ ਵੀਡੀਓ ਬਣ ਗਈ, ਇਸ ਕਰਕੇ ਤਾਂ ਕਿ ਤੁਹਾਨੂੰ ਉਹਦੀ ਨੋਟੀਫਿਕੇਸ਼ਨ ਆ ਜਾਵੇ। ਤੁਸੀਂ ਇਹ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਹੈ, ਬੈਲ ਆਈਕਨ ਦਾ ਬਟਨ ਜ਼ਰੂਰ ਦਬਾਉਣਾ ਹੈ, ਤਾਂ ਕਿ ਤੁਹਾਨੂੰ ਨੋਟੀਫਿਕੇਸ਼ਨ ਆ ਜਾਵੇ ਨੈਕਸਟ ਵੀਡੀਓ ਦੀ ਮੇਰੀ। ਥੈਂਕ ਯੂ, ਆਲ ਦਾ ਬੈਸਟ।